जी आए ਨੂੰ प्यारे विद्यार्थियों 9th क्लास ਦੀ ਸਾਇੰਸ ਦੀ ਬੁੱਕ ਦਾ ਚੈਪਟਰ ਨੰਬਰ 9 ਫੋਰਸ ਐਂਡ ਲਾਜ਼ ਆਫ ਮੋਸ਼ਨ। ਇਸ ਚੈਪਟਰ ਦੇ ਪੇਜ ਨੰਬਰ 126 ਐਂਡ 127 ਤੇ ਆਏ 4 ਕੁਐਸਚਨਸ ਆਨਸਰਸ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਕੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ। ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਅਤੇ ਸੁਣੋ ਐਂਡ ਟਰਾਈ ਟੂ ਅੰਡਰਸਟੈਂਡ ਵਾਟ ਇਜ਼ ਬੀਇੰਗ ਸੈਡ। ਤੇ ਬਾਅਦ ਚੋਂ ਇਹ ਸਾਰੇ ਕੁਐਸਚਨਸ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ। ਇਹਦੇ ਵਿੱਚ 2 ਨਿਊਮੈਰੀਕਲਸ ਵੀ ਨੇ। Pay particular attention to those numericals ਤੇ ਬਾਅਦ ਵਿੱਚੋਂ ਇਹਨਾਂ numericals ਨੂੰ ਤੁਸੀਂ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰਨਾ ਹੈ। ਸੋ ਆਓ ਸ਼ੁਰੂ ਕਰੀਏ। ਸੋ ਪਹਿਲੇ 2 ਸਵਾਲ ਬੱਚੇ ਥਿਓਰੀਟੀਕਲ ਹੈਗੇ ਨੇ ਬਟ ਕਨਸੈਪਚੁਅਲ ਹੈਗੇ ਨੇ। ਸੋ ਇਹ ਇੰਪੋਰਟੈਂਟ ਨੇ। If action is always equal to the reaction, explain how a horse can pull a cart। ਅਗਰ ਐਕਸ਼ਨ ਹਮੇਸ਼ਾ ਰਿਐਕਸ਼ਨ ਦੇ ਇਕੁਅਲ ਹੁੰਦਾ ਹੈ ਤੇ ਫਿਰ ਦੱਸੋ ਕਿ ਘੋੜਾ ਜਿੱਦਾਂ ਹੈ ਉਹ ਆਪਣੀ ਉਹਦਾ ਜਿਹੜੀ ਕਾਟ ਹੈਗੀ ਉਹਨੂੰ ਕਿਵੇਂ ਖਿੱਚ ਲੈਂਦਾ ਹੈ। So the force of action is always equal to the force of reaction। ਇਹ ਗੱਲ ਸਹੀ ਹੈ ਪਰ ਇਹਦੇ 'ਚ ਇੱਕ ਧਿਆਨ ਦੇਣ ਵਾਲੀ ਗੱਲ ਹੈ ਵੇ ਕਿ but these forces always act on 2 different bodies simultaneously। These forces act simultaneously but they act on 2 different bodies। So one body in this case is horse and the other body is the earth or the path or the road on which the horse is moving or trying to move। ठीक है। So a horse pushes the path backwards। ਇਹ ਹੈਗੀ action। ठीक है। pushes the path backwards with its feet। ठीक है। of course understood। and the path exerts an equal and opposite force on horse feet। this is reaction and this reaction makes the horse pull the cart। this is how the horse pulls a cart। ठीक है। ਹੁਣ ਇਹ ਜਿਹੜਾ ਸਵਾਲ ਹੈ ਅਗਰ ਇਸ ਤਰ੍ਹਾਂ ਆ ਜਾਏ ਕਿ how do we walk ਤੇ ਉਹਦਾ ਵੀ ਜਵਾਬ ਇਹ ਹੈਗਾ ਕਿ when we push the road or we push the earth with our feet backwards, that is the action, and the path or the road or the earth exerts an equal and opposite force on our feet which help us in walking। ठीक है। ਹੁਣ ਕੁਐਸਚਨ ਨੰਬਰ 2 ਆ ਗਿਆ explain why is it difficult for a fireman to hold a hose। fireman ਹੁੰਦੇ ਬੱਚੇ ਜਿਹੜੇ ਫਾਇਰ ਬ੍ਰਿਗੇਡ ਵਿੱਚ ਕੰਮ ਕਰਦੇ ਨੇ ਤੇ ਅੱਗ ਨੂੰ ਬੁਝਾਉਣ ਦਾ ਕੰਮ ਕਰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਹੈ fireman। ਤੇ ਹੋਲਡ ਮੈਨੇ ਫੜਨਾ, ਹੋਜ਼ ਮੈਨੇ ਹੁੰਦਾ ਪਾਈਪ। ਸੋ ਜਿਹੜਾ ਫਾਇਰ ਹੋਜ਼ ਹੁੰਦੇ ਨੇ ਬੱਚਿਓ ਉਹ ਬਹੁਤ ਉਹਨਾਂ ਦਾ ਡਾਇਮੀਟਰ ਕਾਫੀ ਵੱਡਾ ਹੁੰਦਾ ਹੈ। ਆਮ ਘਰਾਂ ਵਿੱਚ ਅਸੀਂ ਛੋਟੇ ਪਾਈਪ ਬੂਟਿਆਂ ਨੂੰ ਪਾਣੀ ਦੇਣ ਲਈ ਵਰਤਦੇ ਹਾਂ। ਠੀਕ ਹੈ। ਗਾਰਡਨਿੰਗ ਹੋਜ਼ ਉਹ ਕਹਿੰਦੇ ਗਾਰਡਨ ਹੋਜ਼ ਕਹਿੰਦੇ ਆ। ਪਰ ਜਿਹੜਾ ਫਾਇਰ ਹੋਜ਼ ਹੁੰਦਾ ਹੈ ਉਹਦਾ ਡਾਇਮੀਟਰ ਕਾਫੀ ਵੱਡਾ ਹੁੰਦਾ ਹੈ ਤਾਂ ਕਿ ਉਹਦੇ ਚੋਂ ਬੜੀ ਮੋਟੀ ਧਾਰ ਬੜੀ ਤੇਜ਼ੀ ਸਪੀਡ ਨਾਲ ਆਉਂਦੀ ਹੈ ਤਾਂ ਕਿ ਅੱਗ ਬੁਝਾਉਣ ਦੇ ਕੰਮ ਆ ਸਕੇ। ਸੋ ਇਹ ਫਾਇਰ ਜਿਹੜੇ ਬ੍ਰਿਗੇਡ ਵਾਲੇ ਨੇ ਇਹ ਵਾਲਾ ਹੋਜ਼ ਵਰਤ ਰਹੇ ਨੇ। ਕਹਿੰਦੇ ਵਿਚ ਇਜੈਕਟਸ ਉਹ ਜਿਹੜਾ ਫਾਇਰ ਹੋਜ਼ ਇਜੈਕਟ ਮੈਨੇ ਬਾਹਰ ਸੁੱਟਦਾ ਹੈ ਲਾਰਜ ਅਮਾਊਂਟਸ ਆਫ ਵਾਟਰ ਵੱਡੀ ਮਾਤਰਾ ਵਿੱਚ ਪਾਣੀ ਐਟ ਅ ਹਾਈ ਵੈਲੋਸਿਟੀ ਬੜੀ ਤੇਜ਼ ਸਪੀਡ ਦੇ ਨਾਲ। ਉਹ ਜਿਹੜਾ ਹੋਜ਼ ਹੈ ਉਹ ਜਿਹੜਾ ਫਾਇਰ ਹੋਜ਼ ਹੈ ਜਿਸ 'ਚੋਂ ਪਾਣੀ ਬੜੀ ਵੱਡੀ ਮਾਤਰਾ ਵਿੱਚ ਬੜੀ ਤੇਜ਼ੀ ਨਾਲ ਨਿਕਲਦਾ ਹੈ ਉਹ ਫਾਇਰਮੈਨ ਵਾਸਤੇ ਉਸ ਹੋਲਡ ਨੂੰ ਫੜਨਾ ਕਿਉਂ ਔਖਾ ਹੁੰਦਾ। ਤੁਸੀਂ ਦੇਖਿਓ ਕਦੀ ਅੱਗ ਬੁਝਾਉਂਦੇ ਹੁੰਦੇ ਜਿਹੜੇ ਉਹ ਬੜੇ ਉਹਨਾਂ ਨੇ ਕਈ ਵਾਰ 3-3 4-4 ਬੰਦੇ ਨੂੰ ਫੜ ਕੇ ਰੱਖਦੇ ਨੇ ਉਹ ਫੜ ਨਹੀਂ ਹੁੰਦਾ। ਇਹਦਾ ਕਾਰਨ ਕੀ ਹੈ। ਸੋ ਬੱਚਿਓ ਇਹ ਵੀ ਸਵਾਲ ਦੀ ਐਕਸਪਲੇਨੇਸ਼ਨ ਉਹੀ ਹੈ ਜੋ ਪਹਿਲੇ ਸਵਾਲ ਵਿੱਚ ਸੀ ਐਕਸ਼ਨ ਐਂਡ ਰਿਐਕਸ਼ਨ। When a pump exerts a forward force on water and throws it out as a jet। ਜਦੋਂ ਪਾਣੀ ਜਿਹੜਾ ਪੰਪ ਹੈਗਾ ਉਹ ਇੱਕ ਫੋਰਸ ਲਗਾਉਂਦਾ ਹੈ ਪਾਣੀ ਦੇ ਉੱਤੇ ਤੇ ਉਹਦੇ ਵਿੱਚੋਂ ਹੋਜ਼ ਚੋਂ ਜੈਟ ਬਣੇ ਧਾਰ ਬਣ ਕੇ ਬਾਹਰ ਨਿਕਲਦਾ ਹੈ। ਦੀ ਵਾਟਰ ਜੈਟ ਐਗਜ਼ਰਟਸ ਐਨ ਇਕੁਅਲ ਐਂਡ ਆਪੋਜ਼ਿਟ ਫੋਰਸ ਔਨ ਦੀ ਵਾਟਰ ਹੋਜ਼। ਮਤਲਬ ਕਿ ਉਹ ਜੁਦਾ ਤੇ ਉੱਥੋਂ ਹੋਇਆ ਨਾ ਫਾਇਰ ਹੋਜ਼ ਤੋਂ ਜੁਦਾ ਹੋ ਗਿਆ। ਸੋ ਫਾਇਰ ਹੋਜ਼ ਤੋਂ ਜਿੰਨੀ ਸਪੀਡ ਨਾਲ ਜਿੰਨੇ ਫੋਰਸ ਨਾਲ ਬਾਹਰ ਨਿਕਲਦਾ ਹੈ ਉਨਾ ਹੀ ਫੋਰਸ ਉਹ ਫਾਇਰ ਹੋਜ਼ ਦੇ ਪਿੱਛੇ ਉਹਨੂੰ ਧੱਕਦਾ ਹੈ ਜਿਹਦਾ ਬੁਲੇਟ ਔਰ ਰਾਈਫਲ ਦਾ ਹੁੰਦਾ ਹੈ। ਇਸੇ ਤਰ੍ਹਾਂ ਇਹਦਾ ਹੈਗਾ। ਸੋ ਕਹਿੰਦੇ when the hose ejects large amounts of water at a high speed ਤੇ ਜਦੋਂ ਹੋਜ਼ ਜਿਹੜਾ ਹੈ ਉਹ ਬੜੀ ਵੱਡੀ ਮਾਤਰਾ ਵਿੱਚ ਬੜੀ ਤੇਜ਼ੀ ਦੇ ਨਾਲ ਪਾਣੀ ਬਾਹਰ ਸੁੱਟਦਾ ਹੈ the water's momentum is high ਤੇ ਪਾਣੀ ਦਾ ਮੋਮੈਂਟਮ ਬਹੁਤ ਜ਼ਿਆਦਾ ਹਾਈ ਹੁੰਦਾ ਹੈ mass into velocity momentum। ਸੋ ਜਿੰਨਾ ਜ਼ਿਆਦਾ ਮੋਮੈਂਟਮ ਹੋਏਗਾ ਉਨਾ ਜ਼ਿਆਦਾ ਫੋਰਸ ਹੋਏਗਾ and it exerts a big force on the hose which makes it difficult for a fireman to hold it। ਤੇ ਫਿਰ ਉਹ ਕੀ ਕਰਦਾ ਹੈ ਉਹ ਬੜਾ ਜ਼ਿਆਦਾ ਫੋਰਸ ਜਿਹੜਾ ਹੈ ਪਾਣੀ ਜਿਹੜਾ ਹੈ ਉੱਤੇ ਐਗਜ਼ਰਟ ਕਰਦਾ ਹੈ ਫਾਇਰ ਹੋਜ਼ ਦੇ ਉੱਤੇ ਜਿਹਦੇ ਕਰਕੇ ਫਾਇਰਮੈਨ ਵਾਸਤੇ ਉਹਨੂੰ ਫੜ ਕੇ ਰੱਖਣਾ ਉਹਨੂੰ ਕੰਟਰੋਲ ਕਰਨਾ ਬੜਾ ਔਖਾ ਹੋ ਜਾਂਦਾ ਹੈ। ਠੀਕ ਹੈ। ਹੁਣ ਆ ਗਿਆ ਨਿਊਮੈਰੀਕਲ ਬੱਚਿਓ ਬੜਾ ਇੰਪੋਰਟੈਂਟ। ਫਰੋਮ ਅ ਰਾਈਫਲ ਆਫ ਮਾਸ 4 kg ਅ ਬੁਲੇਟ ਆਫ ਮਾਸ 50 ਗ੍ਰਾਮ ਇਜ਼ ਫਾਇਰਡ। ਅਰਥਾਤ ਇੱਕ 4 ਕਿਲੋ ਦੀ ਰਾਈਫਲ ਦੇ ਵਿੱਚੋਂ ਇੱਕ 50 ਗ੍ਰਾਮ ਦੀ ਬੁਲੇਟ ਜਿਹੜੀ ਹੈ ਗੋਲੀ ਹੈ ਉਹ ਚਲਾਈ ਜਾਂਦੀ ਹੈ ਫਾਇਰਡ ਮੈਨੇ ਬੜੀ ਦਾਗੀ ਜਾਂਦੀ ਹੈ with an initial velocity of 35 ਮੀਟਰ ਪਰ ਸੈਕਿੰਡ। ਤੇ ਜਿਹੜੀ ਉਹਦੀ ਵੈਲੋਸਿਟੀ ਜੋ ਉਹ ਰਾਈਫਲ ਚੋਂ ਨਿਕਲਦੀ ਹੈ ਉਹ ਵੈਲੋਸਿਟੀ ਹੈਗੀ 35
मीटर प्रति सेकंड। कैलकुलेट द इनिशियल रिकॉयल वेलोसिटी ऑफ द राइफल। रिकॉयल ਹੁੰਦਾ ਬੱਚਿਓ ਦੇਖੋ ਜਿਹੜੇ ਬੁਲਟ ਜਿਹੜੀ ਹੈ ਉਹ ਰਾਈਫਲ ਚੋਂ ਜੁਦਾ ਹੁੰਦੀ ਹੈ, ਉਹ ਇੱਧਰ ਨੂੰ ਗਈ ਤੇ ਉਹ ਫਿਰ ਕੀ ਰਾਈਫਲ ਨੂੰ ਪਿੱਛੇ ਨੂੰ ਤੱਕਦੀ ਹੈ। ਉਹ ਐਕਸ਼ਨ ਐਂਡ ਰਿਐਕਸ਼ਨ, ਮਤਲਬ ਕਿ ਜਿਹੜੇ ਫੋਰਸ ਨਾਲ ਬੁਲਟ ਇੱਕ ਪਾਸੇ ਨੂੰ ਗਈ ਹੈ ਉਸੇ ਫੋਰਸ ਨਾਲ ਉਹ ਰਾਈਫਲ ਨੂੰ ਪਿੱਛੇ ਨੂੰ ਤੱਕਦੀ ਹੈ। ਪਰ ਬੁਲਟ ਛੋਟੀ ਹੈ ਤੇ ਉਹ ਜ਼ਿਆਦਾ ਸਪੀਡ ਨਾਲ ਜਾਂਦੀ ਹੈ, ਰਾਈਫਲ ਉਹਦੇ ਮੁਕਾਬਲੇ ਬਹੁਤ ਭਾਰੀ ਹੈ ਤੇ ਉਹ ਉਨੀ ਸਪੀਡ ਨਾਲ ਪਿੱਛੇ ਨਹੀਂ ਜਾਂਦੀ। ਸੋ ਜਿਹੜੀ ਪਿੱਛੇ ਨੂੰ ਰਾਈਫਲ ਧੱਕੀ ਜਾਂਦੀ ਹੈ ਜਿੰਨੀ ਸਪੀਡ ਨਾਲ, ਉਹਨੂੰ ਕਿਹਾ ਜਾਂਦਾ ਰੀਕੋਇਲ ਵੈਲੋਸਿਟੀ। ਠੀਕ ਹੈ, ਉਹਨੂੰ ਰੀਕੋਇਲ ਵੈਲੋਸਿਟੀ ਕਹਿੰਦੇ ਨੇ। ਸੋ ਬੱਚਿਓ ਜਦ ਇੱਧਰ ਨਿਊਮੈਰੀਕਲ ਆ ਜਾਣ ਤੇ ਪਹਿਲੇ ਕੀ ਕਰੀਦਾ ਹੈ, ਸਾਰੀਆਂ ਗੱਲਾਂ ਨੂੰ ਨਾ ਜੋ ਡਾਟਾ ਦਿੱਤਾ ਹੋਇਆ ਹੈ, ਜਿਹੜੇ ਅੰਕੜੇ ਦਿੱਤੇ ਨੇ ਉਹ ਸਾਰੇ ਸਾਨੂੰ ਨੋਟ ਕਰ ਲੈਣੇ ਚਾਹੀਦੇ ਨੇ। ਉਹਦੇ ਨਾਲ ਸਾਨੂੰ ਨਿਊਮੈਰੀਕਲ ਕਰਨਾ ਫਿਰ ਸੌਖਾ ਹੋ ਜਾਂਦਾ ਹੈ। ਠੀਕ ਹੈ, ਸੋ ਗਿਵਨ ਦਿੱਤਾ ਹੈ ਰਾਈਫਲ ਮਾਸ, ਇਹਨੂੰ ਕੈਪੀਟਲ M ਕਰ ਦਿਓ 4 kg। ਬੁਲਟ ਮਾਸ ਕੋਈ ਛੋਟੀ ਚੀਜ਼, ਇਹਨੂੰ ਛੋਟਾ M ਕਰ ਦਿਓ 50 ਗ੍ਰਾਮ। ਹੁਣ ਗ੍ਰਾਮ ਵਿੱਚ ਇਹਨੂੰ ਕਿਲੋਗ੍ਰਾਮ 'ਚ ਕਨਵਰਟ ਕਰਾਂਗੇ। ਸੋ 50/1000 ਤੇ 1 0 ਕੱਟ ਗਈ, 2 0 ਬਚੀਆਂ, ਸੋ 0.05 ਕਿਲੋਗ੍ਰਾਮ। ਕਿਉਂਕਿ ਅਸੀਂ MKS ਸਿਸਟਮ ਵਿੱਚ ਕਰਨਾ ਮੀਟਰ, ਕਿਲੋਗ੍ਰਾਮ ਐਂਡ ਸੈਕਿੰਡ। ਸੋ ਟਾਈਮ ਵੀ ਜੇ ਸੈਕਿੰਡ ਵਿੱਚ ਨਾ ਹੋਵੇ ਤੇ ਸੈਕਿੰਡ 'ਚ ਕਨਵਰਟ ਕਰਨਾ ਹੈ, ਮਾਸ ਜੇ ਕਿਲੋਗ੍ਰਾਮ 'ਚ ਨਾ ਹੋਵੇ ਤੇ ਕਿਲੋਗ੍ਰਾਮ 'ਚ ਕਨਵਰਟ ਕਰਨਾ ਹੈ। ਠੀਕ ਹੈ, ਸੋ ਡਿਸਟੈਂਸ ਵੀ ਜੇ ਮੀਟਰ ਵਿੱਚ ਨਾ ਹੋਵੇ ਤਾਂ ਉਹਨੂੰ ਮੀਟਰ ਵਿੱਚ ਕਨਵਰਟ ਕਰਨਾ ਹੈ। ਠੀਕ ਹੈ, ਸੋ ਬੁਲਟ ਵੈਲੋਸਿਟੀ ਛੋਟਾ ਵੀ ਕਰ ਦਿਓ 35 ਮੀਟਰ ਪ੍ਰਤੀ ਸੈਕਿੰਡ, ਤੇ ਰੀਕੋਇਲ ਵੈਲੋਸਿਟੀ ਆਫ ਦੀ ਰਾਈਫਲ ਇਹਨੂੰ ਵੱਡਾ ਵੀ ਕਰ ਦਿਓ, ਇਹ ਕੁਐਸਚਨ ਮਾਰਕ ਹੈ। ਠੀਕ ਹੈ, ਇਹੀ ਗੱਲਾਂ ਇਹ ਅਸੀਂ ਪਤਾ ਲਗਾਉਣੀਆਂ, ਤਿੰਨ ਚੀਜ਼ਾਂ ਸਾਨੂੰ ਦਿੱਤੀਆਂ। ਹੁਣ ਅਕੋਰਡਿੰਗ ਟੂ ਦੀ ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ, ਕੰਜ਼ਰਵੇਸ਼ਨ ਮੋਮੈਂਟਮ ਦਾ ਮਤਲਬ ਕੀ ਹੁੰਦਾ ਬੱਚੋ, ਇੱਕ ਸਿਸਟਮ ਮਤਲਬ ਕਿ ਇਨੀਸ਼ੀਅਲ ਮੋਮੈਂਟਮ ਇਜ਼ ਇਕੁਅਲ ਟੂ ਦੀ ਫਾਈਨਲ ਮੋਮੈਂਟਮ। ਠੀਕ ਹੈ, ਰਿਜ਼ਲਟੈਂਟ ਮੋਮੈਂਟਮ ਇਜ਼ ਆਲਵੇਜ਼ ਜ਼ੀਰੋ। ਹੁਣ ਇਹ ਦੇਖੋ ਬੱਚਿਓ, ਸਿਸਟਮ ਜਿਹੜਾ ਪਹਿਲੇ ਕੀ ਸੀ, ਜਿਹੜੀ ਬੁਲਟ ਸੀਗੀ ਉਹ ਰਾਈਫਲ ਦੇ ਵਿੱਚ ਸੀ, ਬੁਲਟ ਜਿਹੜੀ ਸੀ ਉਹ ਰਾਈਫਲ ਦਾ ਹਿੱਸਾ ਸੀ। ਸੋ ਉਸਲੇ ਸਿਸਟਮ ਦਾ ਮਾਸ ਕੀ ਸੀਗਾ, M ਜਮਾ M, ਮਤਲਬ ਕਿ ਰਾਈਫਲ ਦਾ ਮਾਸ ਜਮਾ ਬੁਲਟ ਦਾ ਮਾਸ। ਤੇ ਉਸਲੇ ਉਹਦੀ ਵੈਲੋਸਿਟੀ, ਇਨੀਸ਼ੀਅਲ ਵੈਲੋਸਿਟੀ ਕੀ ਸੀ ਸਿਸਟਮ ਦੀ U, ਉਹ ਸਾਨੂੰ ਪਤਾ ਨਹੀਂ ਕਿੰਨੀ ਹੈ, ਮਤਲਬ ਕਿ ਸਾਨੂੰ ਪਤਾ ਹੈ, ਮੈਂ ਇੱਥੇ ਉਹਨੇ ਐਲੇ ਫਾਰਮੂਲਾ ਲਿਖ ਰਿਹਾ। ਤੇ ਫਿਰ ਇਹ ਕਿਹਦੇ ਬਰਾਬਰ ਹੋ ਗਈ, ਇੱਧਰੋਂ ਦੀ ਫਿਰ ਇੱਥੇ ਆ ਕੇ ਕੀ ਹੋਇਆ ਕਿ ਬੁਲਟ ਦਾਗ ਦਿੱਤੀ ਗਈ, ਉਹ ਤੋਂ ਸਿਸਟਮ ਤੋਂ ਜੁਦਾ ਹੋ ਗਈ। ਸੋ M ਤੇ V ਇਹਦੇ ਨਾਲ ਗਈ, ਤੇ ਹੁਣ ਇਹ ਮਾਸ ਰਾਈਫਲ ਅਲੱਗ ਹੋ ਗਈ ਤੇ ਇਹ ਵੈਲੋਸਿਟੀ ਇਹਦੀ V ਅਲੱਗ ਹੋ ਗਈ। ਠੀਕ ਹੈ, ਇਹ ਇਨੀਸ਼ੀਅਲ ਵੈਲੋਸਿਟੀ ਹੈ, ਇਹ ਫਾਈਨਲ ਵੈਲੋਸਿਟੀਆਂ ਹੈਗੀਆਂ ਇਹਦੀਆਂ। ਇਨੀਸ਼ੀਅਲ ਵੈਲੋਸਿਟੀ ਮਤਲਬ ਕਿ ਪੂਰੇ ਸਿਸਟਮ ਦੀ ਗੋਲੀ ਦਾਗਣ ਤੋਂ ਪਹਿਲਾਂ। ਹੁਣ M ਹੈਗਾ 4, ਛੋਟਾ M ਹੈਗਾ 0.05, ਬ੍ਰੈਕਟ ਬੰਦ ਕਰਤਾ ਤੇ ਗੁਣਾ 0। ਇਨੀਸ਼ੀਅਲ ਵੈਲੋਸਿਟੀ ਸਿਸਟਮ ਦੀ 0 ਹੈ ਕਿਉਂਕਿ ਰਾਈਫਲ ਮੋਢੇ ਤੇ ਰੱਖੀ ਹੋਈ ਹੈ ਜਾਂ ਟੰਗੀ ਹੋਈ ਹੈ, ਖੜੀ ਹੈ, ਮਤਲਬ ਕਿ ਰੈਸਟ ਵਿੱਚ ਹੈਗੀ ਹੈ, ਨਾ ਰਾਈਫਲ ਮੂਵ ਕਰ ਰਹੀ ਹੈ ਤੇ ਨਾ ਰਾਈਫਲ ਦੇ ਵਿੱਚ ਜਿਹੜੀ ਬੁਲਟ ਹੈਗੀ ਹੈ ਉਹ ਮੂਵ ਕਰ ਰਹੀ ਹੈ। ਇਸ ਕਰਕੇ ਸਿਸਟਮ ਦੀ ਵੈਲੋਸਿਟੀ ਹੈਗੀ 0। ਹੁਣ ਜਿਹੜੇ ਗੋਲੀ ਚੱਲ ਪਈ ਤੇ ਗੋਲੀ ਦਾ ਮਾਸ ਹੋ ਗਿਆ 0.05 ਗ੍ਰਾਮ, 0.05 ਗ੍ਰਾਮ ਤੇ ਗੁਣਾ 35 ਮੀਟਰ ਪ੍ਰਤੀ ਸੈਕਿੰਡ ਤੇ ਗਈ ਤੇ ਜਮਾ 4 ਕਿਲੋਗ੍ਰਾਮ ਰਾਈਫਲ ਦਾ weight, ਤੇ ਉਹਦਾ ਜਿਹੜਾ ਵੈਲੋਸਿਟੀ ਹੈ ਉਹ ਸਾਨੂੰ ਹਲੇ ਨਹੀਂ ਪਤਾ, ਉਹ ਅਸੀਂ ਕੱਢਣੀ ਹੈ। ਹੁਣ ਬੱਚਿਓ 0 ਜਿਲੇ ਇਹਨੂੰ ਇਹਦਾ ਗੁਣਾ ਕੀਤਾ ਤੇ ਇਨੀਸ਼ੀਅਲ ਮੋਮੈਂਟਮ ਹੋ ਗਿਆ 0। ਮਾਸ ਜਿੰਨਾ ਮਰਜ਼ੀ ਹੋਵੇ, ਵੈਲੋਸਿਟੀ 0 ਸੀ ਬਿਕੋਜ਼ ਮੋਮੈਂਟਮ ਇਜ਼ ਇਕੁਅਲ ਟੂ ਮਾਸ ਇਨਟੂ ਵੈਲੋਸਿਟੀ। ਸੋ ਰਾਈਫਲ ਦਾ ਮੋਮੈਂਟਮ ਪਹਿਲੇ ਗੋਲੀ ਚਲਾਉਣ ਤੋਂ ਪਹਿਲੇ 0 ਹੋ ਗਿਆ, ਇਜ਼ ਇਕੁਅਲ ਟੂ ਇਹਨੂੰ ਜਿਲੇ 0.05 ਨੂੰ 35 ਨਾਲ ਗੁਣਾ ਕੀਤਾ ਜਾ ਗਿਆ 1.75 ਜਮਾ 4 V ਹੋ ਗਿਆ। ਹੁਣ V ਕਿੰਨਾ ਹੋ ਜਾਏਗਾ ਬੱਚਿਓ, 1.75 ਇੱਥੇ ਆ ਜਾਏਗਾ ਤੇ ਮਾਈਨਸ 1.75 ਹੋ ਜਾਏਗਾ, 4 ਇਹਨੂੰ ਡਿਵਾਈਡ ਕਰ ਦੇਗਾ। ਸੋ 1.75 ਨੂੰ ਜਿਹੜੇ 4 ਨਾਲ ਡਿਵਾਈਡ ਕੀਤਾ ਤੇ ਆ ਗਿਆ 0.4375 ਤੇ ਅੱਗੇ ਲੱਗ ਜਾਏਗਾ ਮਾਈਨਸ ਸਾਈਨ। ਹੁਣ ਬੱਚਿਓ ਇੱਥੇ ਮਾਈਨਸ ਸਾਈਨ ਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਵੈਲੋਸਿਟੀ ਮਤਲਬ ਕਿ ਇੱਕ ਤੋਂ ਥੱਲੇ ਹੈਗੀ, ਨਹੀਂ, ਇਹ ਸਿਰਫ ਡਾਇਰੈਕਸ਼ਨ ਇੰਡੀਕੇਟ ਕਰਦੀ ਹੈ, ਅਰਥਾਤ ਜਿਸ ਡਾਇਰੈਕਸ਼ਨ ਵਿੱਚ ਬੁਲਟ ਗਈ ਹੈ ਰਾਈਫਲ ਜਿਹੜੀ ਮੂਵ ਕਰੇਗੀ ਉਦੋਂ 180 ਡਿਗਰੀ ਆਪੋਜ਼ਿਟ ਡਾਇਰੈਕਸ਼ਨ ਵਿੱਚ ਮੂਵ ਕਰੇਗੀ। ਠੀਕ ਹੈ, ਸੋ ਇੱਥੇ ਲਿਖ ਵੀ ਦਿੱਤਾ ਹੈ, ਦਸ ਦੀ ਇਨੀਸ਼ੀਅਲ ਰੀਕੋਇਲ ਵੈਲੋਸਿਟੀ ਆਫ ਦੀ ਰਾਈਫਲ ਇਜ਼ 0.4375 ਮੀਟਰ ਪਰ ਸੈਕਿੰਡ। ਜਿਹੜੀ ਰਾਈਫਲ ਹੈਗੀ ਉਹ ਇੰਨੀ ਵੈਲੋਸਿਟੀ ਦੇ ਨਾਲ ਮੂਵ ਕਰੇਗੀ। ਹੁਣ ਦੇਖੋ ਬੱਚੋ ਇਹ 4 ਕਿਲੋ ਕਿੰਨਾ ਭਾਰ ਹੈ 50 ਗ੍ਰਾਮ ਦੇ ਮੁਕਾਬਲੇ, ਇਸ ਕਰਕੇ ਇਹਦੀ ਵੈਲੋਸਿਟੀ ਕੋਰਸਪੋਂਡਿੰਗਲੀ ਘਟ ਗਈ। ਇਹਦਾ ਮਾਸ ਹੈਗਾ 50 ਗ੍ਰਾਮ ਤੇ ਵੈਲੋਸਿਟੀ ਹੈਗੀ ਹੈ 35। ਇਹਦਾ ਮਾਸ ਹੈਗਾ 4 ਕਿਲੋ ਤੇ ਵੈਲੋਸਿਟੀ ਹੈਗੀ 0.4375। ਸੋ ਗੱਲ ਇਹ ਵੇ ਕਿ ਜਿਹੜੇ 4 ਨੂੰ ਇੰਨਾ ਗੁਣਾ ਕਰੋ ਤੇ 35 ਨੂੰ ਇੰਨਾ ਗੁਣਾ ਕਰੋ, ਤੁਹਾਨੂੰ ਇੱਕੋ ਰਿਜ਼ਲਟ ਮਿਲਣਾ ਚਾਹੀਦਾ ਹੈ। ਸੋ ਇਹਨੂੰ ਕਹਿੰਦੇ ਨੇ ਕੰਜ਼ਰਵੇਸ਼ਨ ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ। ਜੇ ਮਾਸ ਜ਼ਿਆਦਾ ਹੋ ਜਾਏਗਾ ਤੇ ਵੈਲੋਸਿਟੀ ਘਟ ਹੋ ਜਾਏਗੀ, ਤੇ ਜੇ ਮਾਸ ਘਟ ਜਾਏਗਾ ਤੇ ਵੈਲੋਸਿਟੀ ਜ਼ਿਆਦਾ ਹੋ ਜਾਏਗੀ, ਪ੍ਰੋਡਕਟ ਸੇਮ ਰਹੇਗਾ। ਠੀਕ ਹੈ, ਮਤਲਬ ਕਿ ਕਹਿਣਾ ਮਤਲਬ ਟੋਟਲ ਮੋਮੈਂਟਮ ਸੇਮ ਰਹੇਗਾ। ਸੋ
ਇਨੀਸ਼ੀਅਲ ਮੋਮੈਂਟਮ 0 ਸੀ, ਇਹਦੇ ਬਰਾਬਰ ਕਰਤਾ, ਚਲੇ ਇੱਥੇ ਗਿਆ ਤੇ ਆਟੋਮੈਟਿਕਲੀ ਨੈਗੇਟਿਵ ਆ ਗਿਆ। The negative sign shows that the direction of recoil is opposite to that of the bullet। ਕਹਿੰਦੇ ਨੈਗੇਟਿਵ ਸਾਈਨ ਸਿਰਫ ਇਹੀ ਸ਼ੋ ਕਰਦਾ ਹੈ ਕਿ ਜਿਸ ਦਿਸ਼ਾ ਵਿੱਚ ਰਾਈਫਲ ਗਈ ਹੈ ਉਹ ਦਿਸ਼ਾ ਬੁਲੇਟ ਦੀ ਦਿਸ਼ਾ ਦੇ ਬਿਲਕੁਲ ਉਲਟ ਹੈ। ਠੀਕ ਹੈ, और अगला सवाल करिए। ਇਹ ਵੀ ਬੜਾ ਮਹੱਤਵਪੂਰਨ ਸਵਾਲ ਹੈ ਬੱਚਿਓ, ਇਹ ਨੂਮੈਰੀਕਲ ਜ਼ਰੂਰ ਆਪਣੇ ਆਪ ਕਰਿਓ, ਇਹਦੇ ਆਉਣ ਦੀ ਪੇਪਰਾਂ 'ਚ ਬਹੁਤ ਸੰਭਾਵਨਾ ਹੈ। ਇਹਦੇ ਵਰਗਾ ਜਾਂ ਇਹੀ ਆ ਸਕਦਾ, ਇਹਦੇ ਵਰਗਾ ਹੋਰ ਆ ਸਕਦਾ, ਫਿਗਰਸ ਚੇਂਜ ਕਰ ਦਿੰਦੇ ਨੇ। ਠੀਕ ਹੈ, ਪਰ ਅਸੀਂ ਇਹਨੂੰ ਸਿਸਟਮੈਟਿਕ ਢੰਗ ਨਾਲ ਕਰਾਂਗੇ, ਬਿਲਕੁਲ ਵੀ ਔਖਾ ਨਹੀਂ ਹੈਗਾ। ਜਿਲੇ ਤੁਸੀਂ ਇੱਕ ਦੋ ਵਾਰ ਆਪਣੇ ਆਪ ਕਰ ਲੋਗੇ ਤੁਹਾਡਾ ਕੌਨਫੀਡੈਂਸ ਬਹੁਤ ਵੱਧ ਜਾਏਗਾ। ਠੀਕ ਹੈ, ਸੋ ਕਹਿੰਦੇ ਟੂ ਆਬਜੈਕਟਸ ਆਫ ਮਾਸਿਸ 100 ਗ੍ਰਾਮ ਐਂਡ 200 ਗ੍ਰਾਮ। ਦੇਖੋ ਹੁਣ ਇੱਧਰੋਂ ਹੀ ਦਿਮਾਗ ਤੁਹਾਡਾ ਚੱਲਣਾ ਸ਼ੁਰੂ ਹੋਣਾ ਚਾਹੀਦਾ ਵੀ ਇਹ ਗ੍ਰਾਮ ਹੈਗੇ ਨੇ ਤੇ ਅਸੀਂ ਇਹਨੂੰ ਕਿਲੋਗ੍ਰਾਮ 'ਚ ਕਨਵਰਟ ਕਰਨਾ ਹੈ ਅੱਗੇ ਜਾ ਕੇ। ਠੀਕ ਹੈ, ਆਰ ਮੂਵਿੰਗ ਅਲੋਂਗ ਦੀ ਸੇਮ ਲਾਈਨ ਐਂਡ ਡਾਇਰੈਕਸ਼ਨ। ਹੁਣ ਦੇਖੋ ਬੱਚਿਓ, ਹਾਲ ਤੱਕ ਅਸੀਂ ਰਾਈਫਲ ਦੂਜੀ ਡਾਇਰੈਕਸ਼ਨ ਸੀ, ਬੁਲੇਟ ਦੂਜੀ ਡਾਇਰੈਕਸ਼ਨ ਸੀ। ਹੁਣ ਇਹ ਕਹਿ ਰਹੇ ਨੇ ਦੋਨੋਂ ਜਿਹੜੇ ਦੋ ਮਾਸ ਨੇ, ਦੋ ਆਬਜੈਕਟ ਨੇ, ਦੋਨੋਂ ਅਲੋਂਗ ਦੀ ਸੇਮ ਲਾਈਨ ਐਂਡ ਡਾਇਰੈਕਸ਼ਨ, ਇੱਕੋ ਲਾਈਨ ਵਿੱਚ ਤੇ ਇੱਕੋ ਦਿਸ਼ਾ ਵਿੱਚ ਜਾ ਰਹੇ ਨੇ। ਸੋ ਇੱਥੇ ਡਾਇਰੈਕਸ਼ਨਸ ਵੱਖਰੀਆਂ ਨਹੀਂ ਹੈਗੀਆਂ। ਠੀਕ ਹੈ, with velocities of 2 meter per second and 1 meter per second respectively। अर्थात 2 मीटर पर सेकंड 100 ग्राम वाली चल रही है तो 1 मीटर पर सेकंड 200 ग्राम वाली चल रही है। कहने दे कोलाइड एंड आफ्टर दी कोलाइड, कहने उन्हें टक्कर लग गई। क्यों टक्कर लगी? क्योंकि एक तेज है एक हौली है। जिहड़ी तेज है उन्हें हौली वाली नूं पिछों टक्कर मारी इक्को दिशा विच है रिस्पैक्टिवली। सो दे कोलाइड एंड आफ्टर दी कोलिजन, उन्हां दी टक्कर लगदी है ते आफ्टर दी कोलिजन टक्कर तो बाद the first object moves at a velocity of 1.67 meter per second। first object ਕਿਹੜਾ ਹੈ? ਇਹ ਵਾਲਾ 100 ਵਾਲਾ, ਜਿਹੜਾ 2 ਮੀਟਰ ਤੇ ਜਾ ਰਿਹਾ ਸੀਗਾ ਉਹਦੀ velocity 1.67 ਮੀਟਰ ਹੋ ਗਈ। ਹੁਣ ਕੋਲੀਜਨ ਤੋਂ ਬਾਅਦ ਚੇਂਜ ਹੋ ਗਈ velocity, ਟੱਕਰ ਲੱਗ ਗਈ। ਕਹਿੰਦੇ ਡਿਟਰਮਿਨ ਦੀ velocity of the second object, ਕਿ 2 ਵਾਲੇ ਦੀ ਤੇ ਇਹ 2 ਮੀਟਰ ਵਾਲੀ ਦੀ ਤੇ 1.67 ਹੋ ਗਈ। ਦੱਸੋ ਕਹਿੰਦੇ ਜਿਹੜਾ 1 ਮੀਟਰ ਤੇ ਸੀਗਾ ਉਹਦੀ velocity ਕੀ ਹੋਏਗੀ। ਹੁਣ ਬੱਚੋ ਜਿਵੇਂ ਪਹਿਲੇ ਦੱਸਿਆ, ਪਹਿਲੇ ਸਾਰੀ ਗੱਲਾਂ ਨੂੰ ਤਰਤੀਬਵਾਰ ਲਿਖ ਲਈਏ। ਸੋ ਮਾਸ ਆਫ ਫਸਟ ਆਬਜੈਕਟ m1 ਕਰ ਦੋ, ਕਿਉਂਕਿ ਹੁਣ ਦੋ ਆਬਜੈਕਟ ਨੇ ਨਾ, ਤੇ ਉਹਦੇ ਵਿੱਚ ਤੇ ਸੀਗਾ m ਵੱਡਾ ਤੇ m ਛੋਟਾ ਕਰਤਾ ਸੀਗਾ, ਪਰ ਇਹਦੇ ਵਿੱਚ ਇਸ ਤਰ੍ਹਾਂ ਕਰ ਲਾਂਗੇ ਆਪਾਂ, ਇਹ ਇਦਾਂ ਜ਼ਿਆਦਾ ਸੌਖਾ ਰਹੇਗਾ। ਇਹ ਤੁਹਾਨੂੰ ਤਜਰਬੇ ਨਾਲ ਆਪਣੇ ਆਪ ਆ ਜਾਏਗਾ ਕਿੱਥੇ m1 m2 ਲੈਣਾ ਤੇ ਕਿੱਥੇ ਛੋਟਾ m ਕਿੱਥੇ ਵੱਡਾ m ਲੈਣਾ। ਠੀਕ ਹੈ, ਸੋ ਮਾਸ ਆਫ ਫਸਟ ਆਬਜੈਕਟ m1 ਇਜ਼ ਇਕੁਅਲ ਟੂ 100 ਗ੍ਰਾਮ ਇਜ਼ ਇਕੁਅਲ ਟੂ 0.1 ਕਿਲੋਗ੍ਰਾਮ। ਕਿਲੋਗ੍ਰਾਮ 'ਚ ਕਨਵਰਟ ਕਰ ਲਿਆ, 1000 ਨਾਲ ਭਾਗ ਕਰਕੇ। ਮਾਸ ਆਫ ਸੈਕੰਡ ਆਬਜੈਕਟ ਇਜ਼ ਇਕੁਅਲ ਟੂ m2 ਇਜ਼ ਇਕੁਅਲ ਟੂ 200 ਬਟਾ 1000, ਇਹ 0.2 ਕਿਲੋਗ੍ਰਾਮ ਹੋ ਗਿਆ। इनिशियल वेलोसिटी ऑफ फर्स्ट ऑब्जेक्ट u1, इनिशियल वेलोसिटी u1 मान लो 2 मीटर पर सेकंड। इनिशियल वेलोसिटी ऑफ फर्स्ट ऑब्जेक्ट u2 इज इक्वल टू 1 मीटर पर सेकंड। फाइनल वेलोसिटी ऑफ फर्स्ट ऑब्जेक्ट है, फाइनल वेलोसिटी ना टक्कर तो बाद। सो फाइनल वेलोसिटी ऑफ फर्स्ट ऑब्जेक्ट v1 इज इक्वल टू 1.67 मीटर पर सेकंड। फाइनल वेलोसिटी ऑफ सेकंड ऑब्जेक्ट v2 इज इक्वल टू क्वेश्चन मार्क। सारा ਜਿਹੜਾ ਇਹਦੇ ਵਿੱਚ ਕੁਐਸਚਨ ਸੀ, ਇਹ ਸਾਰੀ ਚੀਜ਼ ਨੂੰ ਤਰਤੀਬਵਾਰ ਅਸੀਂ ਲਿਖ ਲਿਆ। ਹੁਣ ਬੱਚਿਓ ਅਕੋਰਡਿੰਗ ਟੂ ਦੀ ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ ਅਸੀਂ ਯੂਜ਼ ਕਰਾਂਗੇ। ਇਹ ਸਾਰਾ ਡਾਟਾ ਤੁਸੀਂ ਲਿਖ ਲੈਣਾ ਪਹਿਲੇ, ਤਾਂ ਕਿ ਅਗਲੀ ਸਲਾਈਡ ਵਿੱਚ ਅਸੀਂ ਇਹਨੂੰ ਭਰਾਂਗੇ, ਇਹ ਸਾਰੀ ਇਨਫੋਰਮੇਸ਼ਨ ਨੂੰ ਇਹਦੇ ਵਿੱਚ ਭਰਾਂਗੇ, ਸਾਰੀ ਵੈਲਿਊਜ਼ ਨੂੰ। ਤੇ ਬੱਚਿਓ ਇਹ ਦੇਖੋ ਪਹਿਲਾ ਜਿਹੜਾ ਹੈਗਾ ਕੀ ਕਹਿੰਦੇ ਸਿਸਟਮ, ਮਤਲਬ ਟੱਕਰ ਲੱਗਣ ਤੋਂ ਪਹਿਲੇ ਕੀ ਹਾਲਤ ਸੀ? m1 u1 ਦੋਨੋਂ ਜੋ ਆਬਜੈਕਟ ਅਲੱਗ-ਅਲੱਗ ਨੇ। ਇੱਥੇ ਰਾਈਫਲ ਔਰ ਬੁਲੇਟ ਵਾਲਾ ਕੇਸ ਨਹੀਂ ਹੈਗਾ। ਬੁਲੇਟ ਜਿਹੜੀ ਸੀ ਪਹਿਲੇ ਰਾਈਫਲ ਦੇ ਵਿਚਕਾਰ ਸੀ, ਉਹਦਾ ਹਿੱਸਾ ਸੀ, ਇਸ ਕਰਕੇ m+m ਵੱਡਾ m ਪਲੱਸ ਛੋਟਾ m ਕੀਤਾ ਸੀਗਾ। ਇੱਥੇ ਦੋਨੋਂ ਅਲੱਗ-ਅਲੱਗ ਨੇ, ਅਲੱਗ-ਅਲੱਗ ਸਪੀਡ ਤੇ ਜਾ ਰਹੇ ਨੇ। ਸੋ m1 u1 ਜਮਾ m2 u2, ਪਹਿਲਾ ਆਬਜੈਕਟ ਪਹਿਲੀ ਇਨੀਸ਼ੀਅਲ ਵੈਲੋਸਿਟੀ, ਦੂਜਾ ਆਬਜੈਕਟ ਦੂਜੀ ਇਨੀਸ਼ੀਅਲ ਵੈਲੋਸਿਟੀ, ਇਹ ਬਰਾਬਰ ਹੋਏਗਾ m1 v1 ਫਾਈਨਲ ਵੈਲੋਸਿਟੀ ਟੱਕਰ ਲੱਗਣ ਤੋਂ ਬਾਅਦ। ਫਿਰ ਟੱਕਰ ਲੱਗਣ ਤੋਂ ਬਾਅਦ ਮਾਸ ਤੇ ਚੇਂਜ ਨਹੀਂ ਹੋਇਆ, ਮਾਸ ਤੇ ਉਹੀ ਹੈਗਾ ਨਾ, ਵੈਲੋਸਿਟੀ ਚੇਂਜ ਹੋਈ ਹੈ। ਸੋ v1 ਜਮਾ m2 v2, ਇਹ ਹੈਗਾ ਬੱਚਿਓ ਫਾਰਮੂਲਾ ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ। ਅਰਥਾਤ ਟੱਕਰ ਲੱਗਣ ਤੋਂ ਪਹਿਲੇ ਮੋਮੈਂਟਮ ਦੋਨਾਂ ਦਾ ਇਹ ਸੀਗਾ ਤੇ ਟੱਕਰ ਲੱਗਣ ਤੋਂ ਬਾਅਦ ਮੋਮੈਂਟਮ ਦੋਨਾਂ ਦਾ ਇਹ ਵੇ, ਤੇ ਹਮੇਸ਼ਾ ਦੋਨੋਂ ਬਰਾਬਰ ਰਹਿਣਗੇ। ਮੋਮੈਂਟਮ ਘਟਦਾ ਵੱਧਦਾ ਨਹੀਂ ਹੈਗਾ, ਇਹਨੂੰ ਕਹਿੰਦੇ ਕੰਜ਼ਰਵੇਸ਼ਨ ਮੈਨੇ ਉਨਾ ਮੇਨਟੇਨ ਰਹਿੰਦਾ ਹੈ। ਆਓ ਦੇਖੀਏ ਹੁਣ ਬੱਚਿਓ ਇੱਥੇ ਦੇਖੋ ਦਿਸ਼ਾ ਇੱਕੋ ਹੀ ਹੈਗੀ ਹੈ। ਇੱਥੇ v1 u1 u2 ਨੈਗੇਟਿਵ ਨਹੀਂ ਆਣਗਾ ਕੋਈ ਵੀ, ਕਿਉਂਕਿ ਇੱਕੋ ਦਿਸ਼ਾ ਹੈ। ਅਗਰ ਹੁੰਦਾ ਨਾ ਵੀ ਇੱਕ ਆਪੋਜ਼ਿਟ ਡਾਇਰੈਕਸ਼ਨ 'ਚ ਆ ਰਿਹਾ ਕਿ ਦੂਜੀ ਡਾਇਰੈਕਸ਼ਨ 'ਚ ਆ ਰਿਹਾ, ਫਿਰ ਅਸੀਂ ਇੱਕ u1 ਮਤਲਬ ਕਿ ਪੋਜ਼ੀਟਿਵ ਲੈਣੀ ਸੀ ਤੇ ਇੱਕ ਜਿਹੜੀ ਦੂਜੀ u2 ਜਿਹੜੀ ਅਸੀਂ ਉਹ ਪੋਜ਼ੀਟਿਵ ਨੈਗੇਟਿਵ ਲੈਣੀ ਸੀ, ਇੱਕ ਪੋਜ਼ੀਟਿਵ ਤੇ ਇੱਕ ਨੈਗੇਟਿਵ ਲੈਣੀ ਸੀਗੀ। ਪਰ ਇੱਥੇ ਕਿਉਂਕਿ ਇੱਕੋ ਡਾਇਰੈਕਸ਼ਨ ਹੈ, ਇਸ ਕਰਕੇ ਦੋਨੋਂ ਪੋਜ਼ੀਟਿਵ ਲਈਆਂ ਜਾਣਗੀਆਂ। ਸੋ ਇਹ ਇੱਥੇ ਮੈਂ ਫੇਰ ਫਾਰਮੂਲਾ ਲਿਖ ਦਿੱਤਾ ਤਾਂ ਕਿ ਸਾਨੂੰ ਪਤਾ ਲੱਗ ਜਾਏ। m1 ਅਸੀਂ 0.1 ਪਾ ਦਿੱਤਾ, u1 2 ਪਾ ਦਿੱਤਾ, ਜਮਾ m2 0.2 ਪਾਤਾ, u2 1 ਪਾ ਦਿੱਤਾ, ਇਜ਼ ਇਕੁਅਲ ਟੂ m1 ਫਿਰ 0.1 ਪਾ ਦਿੱਤਾ,
V1 ਸਾਨੂੰ ਦਿੱਤੀ ਹੈ 1.67 ਪਾ ਦਿੱਤਾ, ਜਮਾ M2 0.2 ਪਾ ਦਿੱਤਾ ਤੇ V2 ਅਸੀਂ ਲੱਭਣਾ ਪਤਾ ਕਰਨਾ ਹੈ। ਹੁਣ 0.1 into 2 0.2, 0.2 into 1 फिर 0.2 is equal to 0.1 into 1.67 कितना हो जाएगा 0.167 हो जाएगा, जमा 0.2 V2, 0.2 0.2 0.4 हो गया, 0.167 खब्बे पासे आ गया, माइनस 0.167 हो गया इज इक्वल टू 0.2 V2। सो 0.4 चो मैं घटाया तो 0.233 इज इक्वल टू 0.2 V2। सो V2 की हो जाएगा 0.233 divided by 0.2 is equal to 1.165 meter per second। आ गया ना जवाब। Therefore the velocity of the second object is 1.165 meter per second। ਹੁਣ ਤੁਸੀਂ ਦੇਖੋ ਬੱਚੇ ਨੋਟ ਕਰੋ ਕਿ ਜਿਹੜਾ ਆਬਜੈਕਟ ਫਾਸਟ ਜਾ ਰਿਹਾ ਸੀ 2 ਮੀਟਰ ਪਰ ਸੈਕਿੰਡ ਤੇ ਜਾ ਰਿਹਾ ਸੀਗਾ, ਉਹਦੀ ਵੈਲੋਸਿਟੀ ਘਟ ਗਈ 1.67 ਹੋ ਗਈ ਹੈ ਨਾ, ਤੇ ਜਿਹੜਾ ਆਬਜੈਕਟ 1 ਮੀਟਰ ਪਰ ਸੈਕਿੰਡ ਤੇ ਜਾ ਰਿਹਾ ਸੀਗਾ ਉਹਦੀ ਵੈਲੋਸਿਟੀ ਤੇਜ਼ ਹੋ ਗਈ, ਅਰਥਾਤ ਉਹਦੀ ਕੁਝ એનર્ਜੀ ਉੱਥੇ ਟ੍ਰਾਂਸਫਰ ਹੋ ਗਈ, ਉਹ ਤੇਜ਼ ਹੋ ਗਿਆ 1.165। ਹੁਣ ਇਹ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਵੀ ਜੇ ਇਸ ਤਰ੍ਹਾਂ ਟੱਕਰ ਲੱਗੇ when two objects are moving in the same direction at different speeds and they collide, the faster one becomes slower and the slower one becomes faster। ਵੀ ਉਹਦੀ ਸਪੀਡ ਪਹਿਲੇ ਨਾਲੋਂ ਤੇਜ਼ ਹੋ ਜਾਂਦੀ ਹੈ ਤੇ ਜਿਹੜਾ ਫਾਸਟ ਵਾਲਾ ਹੁੰਦਾ ਹੈ ਉਹਦੀ ਸਪੀਡ ਪਹਿਲੇ ਨਾਲੋਂ ਹੌਲੀ ਹੋ ਜਾਂਦੀ ਹੈ। ਸੋ ਠੀਕ ਹੈ ਬੱਚਿਓ, ਇਸ ਗੱਲ ਦਾ ਖਿਆਲ ਰੱਖਣਾ। ਸੋ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡੇ ਪੇਜ ਨੰਬਰ ਜਿਹੜੇ 4 ਕੁਐਸਚਨਸ ਜਿਹੜੇ ਇਨਟੈਕਸਟ ਕੁਐਸਚਨਸ ਨੇ ਚੈਪਟਰ ਦੇ ਅੰਦਰ ਦੇ। ਸੋ ਤੁਸੀਂ ਇਹ ਨੂਮੈਰੀਕਲਸ ਦੀ ਜ਼ਰੂਰ ਪ੍ਰੈਕਟਿਸ ਕਰ ਲੈਣੀ ਹੈ, ਇਹਨਾਂ ਨਾਲ ਮਿਲਦੇ ਜੁਲਦੇ ਹੀ ਸਵਾਲ ਜਿਹੜੇ ਨੇ ਪੇਪਰਾਂ ਵਿੱਚ ਆਉਂਦੇ ਹੁੰਦੇ ਨੇ। ਸੋ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਉਤਸ਼ਾਹ ਦੇ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰੱਖਾ। ਥੈਂਕ ਯੂ ਵੈਰੀ ਮਚ।